मिडिल जमातां दे बहुत ही प्यारे प्यारे विद्यार्थियों, अज असीं पंजाबी दी इस जमात विच पंजाबी भाषा बारे, पंजाबी लिपि बारे ते पंजाबी वर्णमाला बारे गलबात करांगे। सो किसी भी भाषा नूं आपां दो भागां विच वंडदे हां। एक हुंदी है बोल चाल दी भाषा ते दूसरी हुंदी है लिखती भाषा। ते बोल चाल दी जिहड़ी भाषा हुंदी है उहदे कोई जिहड़े नियम है वो बहुते पीढ़े नहीं हुंदे, वो सख्त नहीं हुंदे। असीं अपनी लोड़ अनुसार शब्दां नूं बोल चाल विच वरत लैंदे हां। जिहड़ी लिखती भाषा हुंदी है वो व्याकरणिक भाषा हुंदी है, जिहड़ी कि नियमां विच बझी हुंदी है। सो सब तो पहलां पंजाबी वर्णमाला बारे गलबात करांगे ते पंजाबी लिपि बारे गल करांगे। लिपि तो भाव किसी भी भाषा नूं लिखण लई जिहड़े भी चिन्हां दी वरतों कीती जांदी है वो उस भाषा की लिपि हुंदी है। जिस तरह असीं पंजाबी लिखते हाँ, सो पंजाबी जिहड़ी लिपि है वो गुरमुखी लिपि है। सो इस तरह जिहड़ी वर्णमाला है, वर्णमाला जदों लिपि दे अखरां नूं एक तरतीब विच लिखते हाँ तो उसनूं पंजाबी वर्णमाला कह आखदे हन। सो आओ सब तो पहलां पंजाबी वर्णमाला नूं लिखीए ते इहदे अखरां नूं सिੱਖੀਏ। ਊੜਾ, ਐੜਾ, ਈੜੀ, ਸੱਸਾ, ਹਾਹਾ, ਕੱਕਾ, ਖੱਖਾ, ਗੱਗਾ, ਘੱਗਾ, ङਾ, ਚੱਚਾ, ਛੱਛਾ, ਜੱਜਾ, ਝੱਝਾ, ञ, ਟੈਂਕਾ, ਠੱਠਾ, ਡੱਡਾ, ਢੱਡਾ, ਨਣ, ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਪੱਪਾ, ਪੱਪਾ, ਬੱਬਾ, ਭੱਬਾ, ਮਮਾ, ਯਈਆ, ਰਾਰਾ, ਲੱਲਾ, ਵਾਵਾ, ਅੜਾੜਾ। ससे पर बिंदी सा बोले, कखे पर बिंदी का बोले, गगे पर बिंदी ग बोले, जजे पर बिंदी ज बोले, फफे पर बिंदी फ बोले, लले पर बिंदी अड़ा बोले। सो ये सन पंजाबी लिपि दे अखर जां चिन्ह जिन्हां दी बनतर इस प्रकार है। सो इन्हां विचों ये तीन अखर जिहड़े हन, ਊੜਾ, ਐੜਾ, ਈੜੀ, ਇਹ ਸਵਰ ਹਨ। ਸਵਰ ਬਰਾਬਰ ਹੈ ਊੜਾ, ਐੜਾ, ਈੜੀ। सो इन्हां दी गिणती बराबर कितनी हो गई? 3। सो पंजाबी वर्णमाला विच स्वर अखर किन्ने हुंदे आ? 3 हुंदे आ। इस तो बिना जिहड़े बाकी अखर है वो व्यंजन हैं। ये 3 कढ़ दिओ। टोटल अखर किन्ने हैगे साडे? 41 अखर हैं। 41 विचों 3 कढ़ दिते जाण तो बाकी किन्ने बचते? 38। सो 38 जिहड़े हैं वो साडे व्यंजन हैं। व्यंजन
ਵਿਅੰਜਨ ਬਰਾਬਰ ਹੈ 38। ਇਸ ਤੋਂ ਬਿਨਾਂ ਜਿਨ੍ਹਾਂ ਅੱਖਰਾਂ ਦੇ ਉਚਾਰਨ ਸਮੇਂ ਆਵਾਜ਼ ਜਿਹੜੀ ਹੈ ਸਾਡੇ ਨੱਕ ਰਾਹੀਂ ਨਿਕਲਦੀ ਹੈ ਉਹਨਾਂ ਨੂੰ ਅਸੀਂ ਅਨੁਨਾਸਕੀ ਵਿਅੰਜਨ ਕਹਿੰਦੇ ਹਾਂ ਜਾਂ ਅਨੁਨਾਸਕੀ ਅੱਖਰ ਕਹਿੰਦੇ ਹਾਂ। ਉਹ ਹਨ ੰਗਾਂ, ञ, ਨਾਣਾ, ਨੰਨਾ ਅਤੇ ਮਮਾ। ਇਹ ਸਾਡੇ ਹਨ ਅਨੁਨਾਸਕੀ ਅੱਖਰ। ਅਨੁਨਾਸਕੀ ਅੱਖਰ। ਇਹ ਬਰਾਬਰ ਕਿੰਨੇ ਹੋ ਗਏ? 1 2 3 4 5 5 ਹਨ। ਇਹ ਹੋ ਗਏ ੰਗਾਂ, ञ, ਨਾਣਾ, ਨੰਨਾ ਅਤੇ ਮਮਾ। ਇਸ ਤੋਂ ਬਿਨਾਂ ਸਾਡੇ ਕੋਲੋਂ 3 ਦੁੱਤ ਅੱਖਰ ਹੁੰਦੇ ਹੈ। ਸੋ ਦੁੱਤ ਅੱਖਰ ਕਿਹੜੇ ਹੁੰਦੇ ਹੈ? ਜਿਹੜੇ ਸੰਯੁਕਤ ਅੱਖਰ ਬਣਾਉਣ ਵਿੱਚ ਵਰਤੇ ਜਾਂਦੇ ਹੈ ਉਹ ਹਨ ਹਾਹਾ, ਰਾਰਾ ਅਤੇ ਵਾਵਾ। ਉਹ ਕਿਹੜੇ ਕਿਹੜੇ ਹਨ? ਹਾਹਾ, ਰਾਰਾ ਅਤੇ ਵਾਵਾ। ਇਹ ਹਨ ਦੁੱਤ ਅੱਖਰ। ਦੁੱਤ ਅੱਖਰ ਬਰਾਬਰ ਹੈ ਹਾਹਾ, ਰਾਰਾ ਅਤੇ ਵਾਵਾ। ਸੋ ਇਹ ਜਿਹੜੀਆਂ 3-4 ਚੀਜ਼ਾਂ ਹਨ ਬੇਟਾ ਜੀ, ਇਹ ਬੜੀਆਂ ਕੰਮ ਦੀਆਂ ਹਨ। ਇਹਨਾਂ ਨੂੰ ਯਾਦ ਕਰ ਲੈਣਾ ਹੈ। ਸੋ ਸਵਰ ਊੜਾ, ਐੜਾ ਅਤੇ ਈੜੀ 3 ਹੁੰਦੇ ਆ। ਵਿਅੰਜਨ ਟੋਟਲ ਵਰਨਮਾਲਾ ਦੇ ਅੱਖਰ 41 ਹੁੰਦੇ ਆ। 41 ਵਿੱਚੋਂ 3 ਕੱਢ ਦਿਓ, ਬਾਕੀ ਬਚ ਜਾਂਦੇ 38। ਸੋ 38 ਸਾਡੇ ਵਿਅੰਜਨ ਹਨ। ਅਨੁਨਾਸਕੀ ਅੱਖਰ ਜਿਹਨਾਂ ਦੇ ਉਚਾਰਨ ਸਮੇਂ ਜਿਹੜੀ ਆਵਾਜ਼ ਨੱਕ ਰਾਹੀਂ ਆਉਂਦੀ ਹੈ ਉਹਨਾਂ ਨੂੰ ਅਸੀਂ ਅਨੁਨਾਸਕੀ ਅੱਖਰ ਕਹਿੰਦੇ ਹਨ। ਉਹ ਹੈਗੇ 5 ਹੈ। ੰਗਾਂ, ञ, ਨਾਣਾ, ਨੰਨਾ ਅਤੇ ਮਮਾ। ਉਸ ਤੋਂ ਬਾਅਦ ਦੁੱਤ ਅੱਖਰ ਹੈ, ਇਹ 3 ਹੈ। ਉਹ ਕਿਹੜੇ ਕਿਹੜੇ ਹੈ? ਹਾਹਾ, ਰਾਰਾ ਅਤੇ ਵਾਵਾ। ਸੋ ਬੇਟਾ ਜੀ ਪਹਿਲਾਂ ਆਪਾਂ ਅੱਖਰਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਪ੍ਰਾਪਤ ਕਰ ਲਈਏ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਵਰ ਅਤੇ ਸਵਰ ਧੁਨੀਆਂ। ਸੋ ਸਵਰ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਬੇਟਾ ਕਿ ਸਵਰ ਸਾਡੇ ਕਿੰਨੇ ਹੈ? 3 ਹੈ। ਊੜਾ, ਐੜਾ ਅਤੇ ਈੜੀ। ਅਤੇ ਸਵਰ ਬਰਾਬਰ ਕਿੰਨੇ ਹੈ? 3। ਕਿਹੜੇ ਕਿਹੜੇ? ਊੜਾ, ਐੜਾ ਅਤੇ ਈੜੀ। ਅਤੇ ਸਵਰ ਧੁਨੀਆਂ ਸਵਰ ਧੁਨੀਆਂ ਸਵਰ ਧੁਨੀਆਂ ਦੀ ਗਿਣਤੀ ਬੇਟਾ ਜੀ 10 ਹੁੰਦੀ ਹੈ। ਕਿੰਨੀ ਹੁੰਦੀ ਹੈ? 10। ਅਤੇ ਉਹ ਹੁੰਦੀਆਂ ਕਿਹੜੀਆਂ ਕਿਹੜੀਆਂ ਹੈ? ਜਿੱਦਾਂ ਆਪਾਂ ਮੁਹਾਰਨੀ ਪੜ੍ਹਦੇ ਹਾਂ, ਆ, ਈ, ਊ, ਐ, ਓ, ਔ। ਆ, ਈ, ਊ, ਏ, ਐ, ਓ, ਔ। 1 2 3 4 5 6 7 8 9 10। ਸੋ ਇਸ ਪ੍ਰਕਾਰ ਬੇਟਾ ਜੀ ਜਿਹੜੀਆਂ ਸਵਰ ਧੁਨੀਆਂ ਹੁੰਦੀਆਂ ਹੈ ਉਹ 10 ਹੁੰਦੀਆਂ ਹੈ ਅਤੇ ਸਵਰ 3 ਹੁੰਦੇ ਹੈ। ਸੋ ਇਸ ਚੀਜ਼ ਨੂੰ ਤੁਸੀਂ ਮਾਈਂਡ ਵਿੱਚ ਚੰਗੀ ਤਰ੍ਹਾਂ ਬਿਠਾ ਲੈਣਾ ਹੈ। ਸੋ ਬੱਚੇ ਬਹੁਤ ਸਾਰੇ ਲਿਖਣ ਵੇਲੇ ਗਲਤੀ ਕਰ ਜਾਂਦੇ ਹੈ। ਜਦੋਂ ਕਈ ਵਾਰੀ ਪੁੱਛਿਆ ਜਾਂਦਾ ਪ੍ਰਸ਼ਨ ਵੀ ਸਵਰ ਧੁਨੀਆਂ ਕਿੰਨੀਆਂ ਹੈ ਤਾਂ ਬੱਚੇ 3 ਲਿਖ ਜਾਂਦੇ ਹੈ, ਜੋ ਕਿ ਗਲਤ ਹੋ ਜਾਂਦਾ ਹੈ। ਜਾਂ ਸਵਰ ਕਿੰਨੇ ਆ, ਬੱਚੇ ਧੁਨੀਆਂ ਲਿਖ ਜਾਂਦੇ 10 ਹੈ। ਸੋ ਇਹ ਗਲਤ ਹੋ ਜਾਂਦਾ। ਸੋ ਸਵਰ ਸਾਡੇ ਕੋਲ ਅੱਖਰ ਕਿੰਨੇ ਆ? 3 ਹੈ ਸਿਰਫ। ਊੜਾ, ਐੜਾ ਅਤੇ ਈੜੀ।
ਤੇ ਸਵਰ ਧੁਨੀਆਂ ਕਿੰਨੀਆਂ 10 ਆ ਈ ਊ ਐ ਓ ਔ। ਸੋ ਪਿਆਰੇ ਬੱਚਿਓ, ਆਓ ਲਿਪੀ ਅਤੇ ਵਰਨਮਾਲਾ ਵਿੱਚ ਕੀ ਅੰਤਰ ਹੈ ਇਸ ਬਾਰੇ ਜਾਣੀਏ। ਸੋ ਲਿਪੀ ਕਿਸੇ ਵੀ ਭਾਸ਼ਾ ਨੂੰ ਲਿਖਣ ਲਈ ਜਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਉਸ ਭਾਸ਼ਾ ਦੀ ਲਿਪੀ ਕਿਹਾ ਜਾਂਦਾ ਹੈ। ਲਿਪੀ ਕਿਹਾ ਜਾਂਦਾ ਹੈ। ਸੋ ਬੇਟਾ ਜੀ, ਕਿਸੇ ਵੀ ਭਾਸ਼ਾ ਨੂੰ ਲਿਖਣ ਲਈ ਜਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਉਸ ਭਾਸ਼ਾ ਦੀ ਲਿਪੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਪੰਜਾਬੀ ਦੀ ਲਿਪੀ ਜਿਸ ਤਰ੍ਹਾਂ ਪੰਜਾਬੀ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਬੇਟਾ ਜੀ, ਇਸ ਨੂੰ ਤੁਸੀਂ ਆਪਣੀਆਂ ਨੋਟਬੁੱਕਸ 'ਤੇ ਚੰਗੀ ਤਰ੍ਹਾਂ ਨੋਟ ਕਰ ਲੈਣਾ ਹੈ ਤੇ ਆਪਣੇ ਜ਼ਿਹਨ ਵਿੱਚ ਬਿਠਾ ਲੈਣਾ ਹੈ, ਤਾਂ ਕਿ ਤੁਹਾਨੂੰ ਇਸ ਬਾਰੇ ਪੂਰੀ ਤਰ੍ਹਾਂ ਜਿਹੜਾ ਕੋਈ ਵੀ ਸ਼ੰਕਾ ਹੈ ਉਹ ਕਲੀਅਰ ਹੋ ਜਾਵੇ। ਇਹ ਜਿਹੜੀ ਪਰਿਭਾਸ਼ਾ ਹੈ, ਲਿਪੀ ਕੀ ਹੈ, ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇ। ਤਾਂ ਇਹਨੂੰ ਆਪਣੇ ਜ਼ਿਹਨ ਵਿੱਚ ਚੰਗੀ ਤਰ੍ਹਾਂ ਬਿਠਾ ਲੈਣਾ ਹੈ। ਫਿਰ ਬੱਚੇ, ਹੁਣੇ ਅਸੀਂ ਲਿਪੀ ਬਾਰੇ ਲਿਖਿਆ ਹੈ, ਸਮਝਿਆ ਹੈ, ਜਾਣਿਆ ਹੈ। ਹੁਣ ਅਸੀਂ ਗੱਲ ਕਰਾਂਗੇ ਵਰਨਮਾਲਾ ਬਾਰੇ। ਵਰਨਮਾਲਾ ਸੋ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਪੰਜਾਬੀ ਦੀ ਜਿਹੜੀ ਲਿਪੀ ਹੈ ਉਹ ਕਿਹੜੀ ਹੈ? ਗੁਰਮੁਖੀ। ਜਦੋਂ ਗੁਰਮੁਖੀ ਦੇ ਚਿੰਨ੍ਹਾਂ ਨੂੰ ਜਦੋਂ ਅਸੀਂ ਗੁਰਮੁਖੀ ਲਿਪੀ ਦੇ ਚਿੰਨ੍ਹਾਂ ਨੂੰ
एक तरतीब विच लिखते हाँ ਤਾਂ ਉਸਨੂੰ ਵਰਣਮਾਲਾ ਕਿਹਾ ਜਾਂਦਾ ਹੈ। ਸੋ ਬੇਟਾ ਜਿਸ ਤਰ੍ਹਾਂ ਕਿ ਅਸੀਂ ਸ਼ੁਰੂ ਵਿੱਚ ਹੀ ਮੈਂ ਤੁਹਾਨੂੰ ਪੰਜਾਬੀ ਦੀ ਵਰਣਮਾਲਾ ਲੈ ਕੇ ਦਿਖਾਈ ਸੀ, ਜਦੋਂ ਅਸੀਂ ਇਸ ਨੂੰ ਜਿਹੜਾ ਊੜੇ ਤੋਂ ਸ਼ੁਰੂ ਕਰਕੇ ਆਪਾਂ ਲੱਲ ਪੈਰੀ ਬਿੰਦੀ ਤੱਕ ਲਿਖਦੇ ਹਾਂ, ਪੂਰਾ ਇੱਕ ਤਰਤੀਬ ਵਿੱਚ ਲਿਖਦੇ ਹਾਂ ਉਹਨੂੰ, ਤਾਂ ਉਹ ਸਾਡੀ ਕੀ ਬਣ ਜਾਂਦੀ ਹੈ, ਪੰਜਾਬੀ ਵਰਣਮਾਲਾ। ਸੋ ਇਸ ਤਰ੍ਹਾਂ ਇਸ ਕਨਸੈਪਟ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਸਮਝ ਲੈਣਾ ਹੈ ਕਿ ਲਿਪੀ ਜਿਹੜੀ ਹੈ ਉਹ ਇੱਕ ਚਿੰਨ੍ਹਾਂ ਦਾ ਸਮੂਹ ਹੈ। ਜਿਨ੍ਹਾਂ ਚਿੰਨ੍ਹਾਂ ਰਾਹੀਂ ਅਸੀਂ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਦਿੰਦੇ ਹਾਂ ਤਾਂ ਉਹ ਉਸ ਦੀ ਲਿਪੀ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਪੰਜਾਬੀ ਲਿਖਣ ਲਈ ਗੁਰਮੁਖੀ ਜਿਹੜੀ ਲਿਪੀ ਹੈ ਉਹ ਵਰਤਦੇ ਹਾਂ, ਠੀਕ ਹੈ ਜੀ। ਇਸ ਤਰ੍ਹਾਂ ਬੇਟਾ ਜੀ ਤੁਸੀਂ ਇਸ ਨੂੰ ਦੋਨੇ ਲਿਪੀ ਵਿੱਚ ਅਤੇ ਵਰਣਮਾਲਾ ਵਿੱਚ ਕੀ ਅੰਤਰ ਹੈ, ਇਹ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ, ਚੰਗੀ ਤਰ੍ਹਾਂ ਸਮਝ ਲੈਣਾ ਹੈ, ਆਪਣੇ ਜ਼ਿਹਨ ਵਿੱਚ ਬਿਠਾ ਲੈਣਾ ਹੈ। ਸੋ ਬੇਟਾ ਜੀ ਲਿਪੀ ਵਰਣਮਾਲਾ ਤੋਂ ਬਾਅਦ ਆਓ ਸਵਰ। ਬਾਰੇ ਜਾਣਕਾਰੀ ਹਾਸਲ ਕਰੀਏ। ਸਵਰ ਕੀ ਹੁੰਦੇ ਹਨ? ਸੋ ਸਵਰ ਉਹ ਹੁੰਦੇ ਹਨ ਜਿਨ੍ਹਾਂ ਦੀ ਆਵਾਜ਼ ਜਦੋਂ ਅਸੀਂ ਅੰਦਰੋਂ ਕੱਢਦੇ ਹਾਂ, ਉਹ ਜਿਨ੍ਹਾਂ ਅੱਖਰਾਂ ਦੀ ਆਵਾਜ਼ ਮੂੰਹੋਂ ਕੱਢਣ ਸਮੇਂ ਉਹ ਬਿਨਾਂ ਕਿਸੇ ਰੋਕ ਟੋਕ ਦੇ ਬਾਹਰ ਆਵੇ, ਉਹ ਕਿਤੇ ਵੀ ਨਾ ਸਾਡੇ ਮੂੰਹ ਵਿੱਚ ਰੁਕੇ, ਤੇ ਉਹ ਸਾਡੇ ਕੀ ਹੁੰਦੇ ਆ, ਸਵਰ ਹੁੰਦੇ ਆ। ਇੱਕ ਵਾਰੀ ਫਿਰ ਮੈਂ ਤੁਹਾਨੂੰ ਯਾਦ ਦਵਾ ਰਿਹਾ ਕਿ ਉਹ ਅੱਖਰ ਜਿਨ੍ਹਾਂ ਦੇ ਉਚਾਰਨ ਸਮੇਂ ਜਿਹੜੇ ਸਾਡੇ ਅੰਦਰੋਂ ਆਵਾਜ਼ ਆਉਂਦੀ ਹੈ ਜਾਂ ਹਵਾ ਨਿਕਲਦੀ ਆਵਾਜ਼ ਰਾਹੀਂ, ਤਾਂ ਉਹ ਜਿਹੜੀ ਹਵਾ ਹੈ ਜਾਂ ਆਵਾਜ਼ ਹੈ ਉਹ ਬਿਨਾਂ ਕਿਸੇ ਰੋਕ ਦੇ ਬਾਹਰ ਨਿਕਲਦੀ ਹੈ, ਤਾਂ ਉਸ ਨੂੰ ਅਸੀਂ ਸਵਰ ਕਹਿੰਦੇ ਹਾਂ, ਠੀਕ ਹੈ ਜੀ। ਉਹ ਅੱਖਰ ਜਿਨ੍ਹਾਂ ਦੇ ਉਚਾਰਨ ਸਮੇਂ ਸਾਡੇ ਅੰਦਰੋਂ ਆਵਾਜ਼ ਬਿਨਾਂ ਕਿਸੇ रुकावट दे बाहर निकले ओ स्वर अखवांदे हैं। जिमें ऊड़ा ऐड़ा ईडी ऊ आ ई इन्हां दी गिनती तीन है। स्वर तो बाद आओ व्यंजन बारे जानकारी प्राप्त करिए। व्यंजन
ਸੋ ਬੇਟਾ ਜਿਸ ਤਰ੍ਹਾਂ ਮੈਂ ਤੁਹਾਨੂੰ ਸਵਰਾਂ ਬਾਰੇ ਜਾਣਕਾਰੀ ਦਿੱਤੀ ਸੀ ਕਿ ਇਹ ਸਵਰ ਅੱਖਰ ਉਹ ਹੁੰਦੇ ਹਨ ਕਿ ਜਿਨ੍ਹਾਂ ਦੇ ਉਚਾਰਨ ਸਮੇਂ ਜਿਹੜੀ ਆਵਾਜ਼ ਹੈ ਸਾਡੇ ਅੰਦਰੋਂ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਨਿਕਲਦੀ ਹੈ। ਤਾਂ ਜਦੋਂ ਆਪਾਂ ਵਿਅੰਜਨ ਦਾ ਉਚਾਰਨ ਕਰਦੇ ਹਾਂ ਤਾਂ ਇਹ ਜਿਹੜੇ ਇਹਨਾਂ ਦੇ ਉਚਾਰਨ ਸਮੇਂ ਜਿਹੜੀ ਆਵਾਜ਼ ਹੈ ਉਹ ਸਾਡੇ ਮੂੰਹ ਵਿੱਚੋਂ ਕਿਸੇ ਨਾ ਕਿਸੇ ਥਾਂ 'ਤੇ ਰੁਕ ਕੇ ਬਾਹਰ ਆਉਂਦੀ ਹੈ। ਸੋ ਉਹ ਸਾਡੇ ਕੀ ਹੁੰਦੇ ਆ, ਵਿਅੰਜਨ ਹੁੰਦੇ ਆ। ਵਿਅੰਜਨਾਂ ਦੇ ਉਚਾਰਨ ਸਮੇਂ ਸਾਡੇ ਅੰਦਰੋਂ ਜੋ ਆਵਾਜ਼ ਆਉਂਦੀ ਹੈ ਉਹ ਸਾਡੇ ਮੂੰਹ ਵਿੱਚ रुकावट तो बाद बाहर निकलती है। इन्हां दी गिनती 38 है। सो प्यारे बच्चों, व्यंजना तो बाद दुत्त अखर ਦੁੱਤ ਅੱਖਰ ਬਾਰੇ ਆਪਾਂ ਜਾਣਕਾਰੀ ਹਾਸਲ ਕਰਾਂਗੇ। ਜਿਸ ਤਰ੍ਹਾਂ ਤੁਹਾਨੂੰ ਮੈਂ ਸ਼ੁਰੂ ਵਿੱਚ ਦੱਸ ਚੁੱਕਾ ਕਿ ਸਾਡੀ ਪੰਜਾਬੀ ਦੀ ਵਰਨਮਾਲਾ ਵਿੱਚ 3 ਅੱਖਰ ਦੁੱਤ ਅੱਖਰ ਹਨ, ਹਾ ਹਾ, ਰਾ ਰਾ ਅਤੇ ਵਾਹ ਵਾਹ। ਸੋ ਇਹਨਾਂ ਦੀ ਪਰਿਭਾਸ਼ਾ ਲਿਖਣ ਸਮੇਂ ਆਪਾਂ ਲਿਖ ਸਕਦੇ ਹਾਂ ਕਿ 2 ਅੱਖਰਾਂ ਦੇ ਮੇਲ ਤੋਂ ਉਹ ਅੱਖਰ ਦੁੱਤ ਅੱਖਰ ਕਿਹੜੇ ਹੁੰਦੇ ਆ? ਉਹ ਅੱਖਰ ਜੋ 2 ਅੱਖਰਾਂ ਦੇ ਮੇਲ ਤੋਂ ਬਣਦੇ ਹਨ ਜਾਂ ਉਹ ਅੱਖਰ ਜੋ ਦੂਸਰੇ ਅੱਖਰਾਂ ਦੇ ਪੈਰਾਂ ਵਿੱਚ ਲਿਖੇ ਜਾਂਦੇ ਹਨ। ਦੁੱਤ ਅੱਖਰ ਜਾਂ ਸੰਯੁਕਤ ਅੱਖਰ ਅਖਵਾਉਂਦੇ ਹਨ। ਇਹਨਾਂ ਦੀ ਗਿਣਤੀ 3 ਹੈ, ਹਾ ਹਾ, ਰਾ ਰਾ ਅਤੇ ਵਾਹ ਵਾਹ। ਸੋ ਬੇਟਾ ਜਿਹਨੂੰ ਆਪਾਂ ਜਿਹੜਾ ਚਿੰਨ੍ਹ ਹੈ ਇਹ ਹਾਹੇ ਦਾ ਚਿੰਨ੍ਹ ਇਸ ਤਰ੍ਹਾਂ ਦਾ ਹੁੰਦਾ ਹੈ, ਰਾ ਰੇ ਦਾ ਚਿੰਨ੍ਹ ਆਪਾਂ ਇੱਦਾਂ ਪਾਉਂਦੇ ਹਾਂ ਅਤੇ ਵਾਹ ਵਾਹ ਆਪਾਂ ਇੱਦਾਂ ਪੈਰਾਂ 'ਚ ਪਾਉਂਦੇ ਹਾਂ। ਜਿੱਦਾਂ ਕਿ ਤੁਸੀਂ ਪੜ੍ਹਾਈ ਲਿਖਦੇ ਆ, ਹਾ ਹਾ ਪਾਉਂਦੇ ਪੈਰਾਂ 'ਚ, ਪ੍ਰਕਾਰ ਲਿਖਦੇ ਹਾਂ ਤਾਂ ਪੈਰ 'ਚ ਰਾ ਰਾ ਪਾ ਦਿੰਦੇ ਹਾਂ।
ਤੇ ਸਵਰ ਲਿਖਦੇ ਆ ਜਾਂ ਸਵੈ ਵਿਸ਼ਵਾਸ ਲਿਖਦੇ ਆ ਤਾਂ ਉਹ ਪੈਰ 'ਚ ਵਾਵਾ ਇਸ ਪ੍ਰਕਾਰ ਪਾਇਆ ਜਾਂਦਾ ਹੈ। ਸੋ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਤੇ ਇਹਨਾਂ ਦੀ ਪਛਾਣ ਕਰ ਲੈਣੀ ਹੈ। ਇਹਨਾਂ ਦੀ ਤੁਹਾਨੂੰ ਪ੍ਰਕਾਰ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਪੇਪਰਾਂ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਭੁਲੇਖਾ ਨਾ ਰਹੇ। ਸੋ ਫਿਰ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਹਾਨੂੰ ਅੱਜ ਦਾ ਜਿਹੜਾ ਲੈਸਨ ਹੈ ਵਧੀਆ ਲੱਗਿਆ ਹੋਵੇਗਾ। ਸੋ ਅਗਲਾ ਲੈਸਨ ਦੇਖਣ ਲਈ ਆਪਣੇ ਇਸ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਧੰਨਵਾਦ।